ਪਹਿਲਾ ਪੰਜਾਬੀ ਵਿੱਚ ਸੱਚੀਆਂ ਡਰਾਉਣੀਆਂ ਕਹਾਣੀਆਂ ਵਾਲਾ ਇੱਕ ਚੈਨਲ ਜ਼ਰੂਰ ਦੇਖੋ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ। ਤੁਹਾਡੇ ਭਰਾ ਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ। ਹੌਰਰ ਸਟੋਰੀਜ਼ ਇਨ ਪੰਜਾਬੀ YouTube ਚੈਨਲ ਨੂੰ ਦਿਲ ਖੋਲ ਕੇ ਸਬਸਕ੍ਰਾਈਬ ਕਰੋ। ਦੋਸਤੋ, ਇਸ ਕਹਾਣੀ ਦਾ ਸਹੀ ਮਜ਼ਾ ਲੈਣ ਲਈ ਹੈੱਡਫੋਨਸ ਜ਼ਰੂਰ ਲਗਾਓ। ਇਹ ਸੱਚੀ ਘਟਨਾ ਹੈ ਜਿਸ ਨੂੰ ਆਪਣੀ ਅੱਖਾਂ ਦੇ ਸਾਹਮਣੇ ਘਟਦਾ ਹੋਇਆ ਮਹਿਸੂਸ ਕਰੋ। ਤਾਂ ਫਿਰ ਦੇਰੀ ਨਾ ਕਰਦੇ ਹੋਏ ਸ਼ੁਰੂ ਕਰਦੇ ਹਾਂ ਇਸ ਕਹਾਣੀ ਨੂੰ। ਇਹ ਕਹਾਣੀ ਵਿਸ਼ਾਖਾਪਟਨਮ ਦੀ ਹੈ। ਅਸੀਂ ਨੇਵਲ ਕਲੋਨੀ ਵਿੱਚ ਰਹਿੰਦੇ ਸੀ। ਸਾਡੀ ਇਮਾਰਤ ਦਾ ਨਾਮ ਸੀ ਕਾਵੇਰੀ। ਇੱਕ ਅਫਵਾਹ ਸੀ ਕਿ ਲਿਫਟ ਵਿੱਚ ਕੋਈ ਭੂਤ ਹੈ। ਦਰਅਸਲ ਇੱਕ ਔਰਤ ਨੇ 14ਵੀਂ ਮੰਜ਼ਿਲ ਤੋਂ ਛਾਲ ਮਾਰ ਦਿੱਤੀ ਅਤੇ ਖੁਦਕੁਸ਼ੀ ਕਰ ਲਈ। ਉਦੋਂ ਤੋਂ ਲੋਕਾਂ ਨੇ ਕਿਹਾ ਕਿ ਲਿਫਟ 'ਚ ਉਸ ਔਰਤ ਦਾ ਭੂਤ ਨਜ਼ਰ ਆ ਰਿਹਾ ਹੈ। ਸਾਡਾ ਘਰ ਤੀਜੀ ਮੰਜ਼ਿਲ ਤੇ ਸੀ। ਭਾਵੇਂ ਮੈਂ ਭੂਤ ਪ੍ਰੇਤਾਂ ਵਿੱਚ ਬਹੁਤਾ ਵਿਸ਼ਵਾਸ ਨਹੀਂ ਕਰਦਾ ਸੀ, ਪਰ ਫਿਰ ਵੀ ਰਾਤ ਨੂੰ ਲਿਫਟ ਵਿੱਚ ਜਾਣ ਤੋਂ ਡਰਦਾ ਸੀ। ਖੈਰ, ਮੈਨੂੰ ਲਿਫਟ ਦੀ ਵੀ ਲੋੜ ਨਹੀਂ ਸੀ। ਇੱਕ ਦਿਨ ਮੈਂ ਆਪਣੇ ਇੱਕ ਦੋਸਤ ਨਾਲ ਘਰ ਵਾਪਸ ਆ ਰਿਹਾ ਸੀ। ਉਹ ਵੀ ਉਸੇ ਬਿਲਡਿੰਗ ਵਿੱਚ ਰਹਿੰਦਾ ਸੀ। ਉਸ ਸਮੇਂ ਤਕਰੀਬਨ 9 ਵੱਜ ਚੁੱਕੇ ਸਨ। ਅਸੀਂ ਲਿਫਟ ਲੈਣ ਤੋਂ ਡਰਦੇ ਸੀ, ਪਰ ਅਸੀਂ ਇੱਕ ਦੂਜੇ ਨੂੰ ਇਹ ਨਹੀਂ ਦਿਖਾਉਣਾ ਚਾਹੁੰਦੇ ਸੀ ਕਿ ਅਸੀਂ ਡਰੇ ਹੋਏ ਹਾਂ। ਇਸ ਲਈ ਅਸੀਂ ਲਿਫਟ ਵਿੱਚ ਦਾਖਲ ਹੋ ਗਏ। ਲਿਫਟ ਤੀਜੀ ਮੰਜ਼ਿਲ ਤੇ ਪਹੁੰਚੀ। ਦਰਵਾਜ਼ਾ ਅੱਧਾ ਖੁੱਲਿਆ ਅਤੇ ਫਿਰ ਆਪਣੇ ਆਪ ਬੰਦ ਹੋ ਗਿਆ। ਲਿਫਟ ਉੱਪਰ ਜਾਣ ਲੱਗੀ। ਅਸੀਂ ਲਿਫਟ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਕੋਈ ਵੀ ਬਟਨ ਕੰਮ ਨਹੀਂ ਕਰ ਰਿਹਾ ਸੀ। ਲਿਫਟ ਉੱਪਰਲੀ ਮੰਜ਼ਿਲ ਤੇ ਗਈ ਅਤੇ ਫਿਰ ਹੇਠਾਂ ਵਾਲੀ ਮੰਜ਼ਿਲ ਤੇ ਆ ਗਈ। ਅਜਿਹਾ 7-8 ਵਾਰ ਹੋਇਆ ਅਤੇ ਫਿਰ ਲਿਫਟ 14ਵੀਂ ਮੰਜ਼ਿਲ ਤੇ ਰੁਕ ਗਈ। ਲਿਫਟ ਦੇ ਦਰਵਾਜ਼ੇ ਆਪਣੇ ਆਪ ਖੁੱਲ ਗਏ। ਅਸੀਂ ਬਹੁਤ ਡਰੇ ਹੋਏ ਸੀ। ਅਸੀਂ ਤੇਜ਼ੀ ਨਾਲ ਲਿਫਟ ਤੋਂ ਬਾਹਰ ਆ ਗਏ, ਹੇਠਾਂ ਵੱਲ ਭੱਜੇ ਅਤੇ ਆਪਣੇ ਘਰਾਂ ਵਿੱਚ ਦਾਖਲ ਹੋ ਗਏ। ਘਰ ਵਿੱਚ ਹਰ ਕੋਈ ਪੁੱਛਦਾ ਸੀ ਕਿ ਮੈਂ ਕਿਉਂ ਹਾਫ ਰਿਹਾ ਹਾਂ, ਤਾਂ ਮੈਂ ਬਹਾਨਾ ਬਣਾਇਆ ਕਿ ਮੈਂ ਇੱਕ ਦੋਸਤ ਨਾਲ ਦੌੜਦੇ ਆ ਰਿਹਾ ਹਾਂ। ਉਸ ਦਿਨ ਤੋਂ ਬਾਅਦ ਮੈਂ ਕਦੇ ਦਿਨ ਵੇਲੇ ਵੀ ਲਿਫਟ ਨਹੀਂ ਵਰਤੀ। ਜਦੋਂ ਉਹ ਲਿਫਟ ਉੱਪਰ ਥੱਲੇ ਆਪ ਹੀ ਜਾ ਰਹੀ ਸੀ, ਤਾਂ ਖੌਫ ਇੰਨਾ ਤੇਜ਼ ਸੀ ਕਿ ਮੈਂ ਤੇ ਮੇਰਾ ਦੋਸਤ ਸੋਚ ਰਹੇ ਸਨ ਕਿ ਸ਼ਾਇਦ ਹੁਣ ਅਸੀਂ ਬਚ ਨਹੀਂ ਸਕਦੇ। ਪਰ ਰੱਬ ਦੀ ਕਿਰਪਾ ਨਾਲ ਅਸੀਂ ਬਚ ਗਏ। ਮੈਂ ਸੋਚਦਾ ਹਾਂ ਕਿ ਅਗਰ ਇਹ ਤੁਹਾਡੇ ਨਾਲ ਹੁੰਦਾ ਤਾਂ ਫਿਰ ਕੀ ਹੋਣਾ ਸੀ? ਇਹ ਕਹਾਣੀ ਮੇਰੇ ਮਾਮੇ ਦੇ ਪਿੰਡ ਦੀ ਹੈ। ਮੇਰੇ 2 ਮਾਮਾ ਜੀ ਅਤੇ ਉਹਨਾਂ ਦਾ ਪਰਿਵਾਰ ਪਿੰਡ ਵਿੱਚ ਹੀ ਰਹਿੰਦਾ ਸੀ। ਸਭ ਕੁਝ ਠੀਕ ਚੱਲ ਰਿਹਾ ਸੀ, ਪਰ ਇੱਕ ਸੜਕ ਹਾਦਸੇ ਵਿੱਚ ਮੇਰੇ ਵੱਡੇ ਮਾਮਾ ਜੀ ਦੀ ਮੌਤ ਹੋ ਗਈ। ਕੁਝ ਸਮੇਂ ਬਾਅਦ ਮੇਰੀ ਵੱਡੀ ਮਾਮੀ ਜੀ ਦੀ ਵੀ ਮੌਤ ਹੋ ਗਈ। ਇਸ ਤੋਂ ਬਾਅਦ ਮੇਰੇ ਛੋਟਾ ਮਾਮਾ ਜੀ ਅਤੇ ਉਹਨਾਂ ਦਾ ਪਰਿਵਾਰ ਵੀ ਪਿੰਡ ਦਾ ਘਰ ਖਾਲੀ ਕਰਕੇ ਸ਼ਹਿਰ ਆ ਗਏ। ਪਰ ਕੁਝ ਮਹੀਨਿਆਂ ਬਾਅਦ ਮੇਰੇ ਛੋਟੇ ਮਾਮਾ ਜੀ ਨੂੰ ਇਸ ਦੀ ਮੁਰੰਮਤ ਕਰਵਾਉਣ ਲਈ ਪਿੰਡ ਦੇ ਘਰ ਜਾਣਾ ਪਿਆ। ਉਹਨਾਂ ਨੇ ਪਿੰਡ ਵਿੱਚ ਮੁਰੰਮਤ ਦਾ ਕੰਮ ਸ਼ੁਰੂ ਕਰ ਦਿੱਤਾ। ਇੱਕ ਸ਼ਾਮ ਮੁਰੰਮਤ ਦਾ ਕੰਮ ਖਤਮ ਕਰਕੇ ਰਾਤ 8 ਵਜੇ ਮਾਮਾ ਜੀ ਛੱਤ ਤੇ ਖੜੇ ਸੀ। ਉਹਨਾਂ ਨੇ ਦੇਖਿਆ ਕਿ ਮੇਰੀ ਵੱਡੀ ਮਾਮੀ ਜੀ ਵਾਲ ਖੁੱਲੇ ਵਿਹੜੇ ਵਿੱਚ ਟਹਿਲ ਰਹੀ ਸੀ। ਇਹ ਨਜ਼ਾਰਾ ਦੇਖ ਕੇ ਮੇਰੇ ਮਾਮਾ ਜੀ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਉਹ ਝੱਟ ਹੇਠਾਂ ਵੱਲ ਨੂੰ ਭੱਜ ਕੇ ਜਿਵੇਂ ਹੀ ਉਹ ਸੀਡੀ ਕੋਲ ਪਹੁੰਚਿਆ, ਉਹਨਾਂ ਦੇਖਿਆ ਕਿ ਮੇਰੀ ਵੱਡੀ ਮਾਮੀ ਜੀ ਹੇਠਾਂ ਤੋਂ ਚੌਥੀ ਸੀਡੀ ਤੇ ਬੈਠੀ ਸੀ ਅਤੇ ਆਪਣੀ ਗਰਦਨ ਨੂੰ ਝੁੱਕ ਕੇ ਉਸ ਵੱਲ ਵੇਖ ਰਹੀ ਸੀ। ਇਹ ਦੇਖ ਕੇ ਮੇਰੇ ਮਾਮਾ ਜੀ ਘਬਰਾ ਗਏ ਅਤੇ ਮਾਮਾ ਜੀ ਦੇ ਹੋਸ਼ ਉੱਡ ਗਏ। ਇਸ ਤੋਂ ਬਾਅਦ ਸਵੇਰੇ ਜਦੋਂ ਮਾਮਾ ਜੀ ਨੂੰ ਹੋਸ਼ ਆਇਆ, ਤਾਂ ਉਹ ਆਪਣੇ ਗੁਆਂਢੀਆਂ ਦੇ ਘਰ ਚਲੇ ਗਏ। ਉਹਨਾਂ ਨੇ ਸਾਰੀ ਘਟਨਾ ਗੁਆਂਢੀਆਂ ਨੂੰ ਦੱਸੀ। ਇਸ ਤੋਂ ਬਾਅਦ ਮੇਰੇ ਮਾਮਾ ਜੀ ਦੀ ਤਬੀਅਤ ਖਰਾਬ ਹੋ ਗਈ। ਉਹ ਜਲਦੀ ਸ਼ਹਿਰ ਆ ਗਏ, ਪਰ ਉਹ ਰਾਤ ਕਦੇ ਨਹੀਂ ਭੁੱਲ ਸਕੇ। ਇਹ ਕਹਾਣੀ ਬਿਲਕੁਲ ਸੱਚ ਹੈ, ਕਿਉਂਕਿ ਜਦੋਂ ਅਸੀਂ ਸਾਰੇ ਆਪਣੇ ਪਿੰਡ ਕਿਸੇ ਕੰਮ ਲਈ ਗਏ ਸੀ, ਫਿਰ ਗੁਆਂਢੀਆਂ ਨੇ ਵੀ ਇਸ ਦੀ ਸੂਚਨਾ ਦਿੱਤੀ। ਉਹਨਾਂ ਨੇ ਦੱਸਿਆ ਕਿ ਅਕਸਰ ਉਹਨਾਂ ਨੇ ਮੇਰੀ ਵੱਡੀ ਮਾਮੀ ਜੀ ਨੂੰ ਹੇਠਾਂ ਸੈਰ ਕਰਦੇ ਦੇਖਿਆ ਹੈ। ਤੁਸੀਂ ਇਸ ਬਾਰੇ ਕੀ ਕਹੋਗੇ? ਕਿਰਪਾ ਕਰਕੇ ਸਾਨੂੰ ਕਮੈਂਟ ਕਰਕੇ ਦੱਸੋ।
ਇਸ ਗੱਲ ਨੂੰ 8 ਸਾਲ ਹੋ ਗਏ ਹਨ, ਜਦੋਂ ਮੇਰੀ ਮਾਮੀ ਜੀ ਦੀ ਤਬੀਅਤ ਬਹੁਤ ਖਰਾਬ ਹੋ ਗਈ ਸੀ। ਉਹ ਪਾਗਲਾਂ ਵਾਂਗ ਕੰਮ ਕਰਦੀ ਸੀ ਅਤੇ ਕਿਸੇ ਨੂੰ ਕੁਝ ਵੀ ਕਹਿ ਦਿੰਦੀ ਸੀ। ਅਸੀਂ ਕਈ ਡਾਕਟਰਾਂ ਨਾਲ ਸਲਾਹ ਕੀਤੀ, ਪਰ ਕੋਈ ਫਾਇਦਾ ਨਹੀਂ ਹੋਇਆ। ਫਿਰ ਸਾਡੇ ਇੱਕ ਰਿਸ਼ਤੇਦਾਰ ਨੇ ਸਾਨੂੰ ਦੱਸਿਆ ਕਿ ਮਾਮੀ ਜੀ ਨੂੰ ਇੱਕ ਡੈਣ ਨੇ ਕਾਬੂ ਕੀਤਾ ਹੈ ਅਤੇ ਉਸ ਨੂੰ ਬਾਲਾਜੀ ਕੋਲ ਲਿਜਾਣਾ ਪਵੇਗਾ। ਪਰਿਵਾਰਕ ਮੈਂਬਰ ਬਿਨਾਂ ਦੇਰੀ ਬਾਲਾਜੀ ਲਈ ਰਵਾਨਾ ਹੋ ਗਏ। ਜਿਵੇਂ ਹੀ ਅਸੀਂ ਸਾਰੇ ਬਾਲਾਜੀ ਪਹੁੰਚ ਗਏ, ਮਾਮੀ ਜੀ ਕਾਰ ਤੋਂ ਉਤਰ ਕੇ ਅੰਦਰ ਭੱਜੀ। ਬਾਕੀ ਪਰਿਵਾਰ ਵੀ ਉਸ ਦੇ ਪਿੱਛੇ ਆ ਗਿਆ। ਕਿਸੇ ਤਰ੍ਹਾਂ ਉਹਨਾਂ ਨੂੰ ਕਾਰ ਵਿੱਚ ਬਿਠਾਇਆ ਗਿਆ ਅਤੇ ਅਸੀਂ ਬਾਲਾਜੀ ਕੋਲ ਪਹੁੰਚ ਗਏ ਅਤੇ ਉੱਥੇ ਪਤਾ ਲੱਗਾ ਕਿ ਮਾਮੀ ਜੀ ਨੇ ਆਪਣੇ ਬਾਗ ਵਿੱਚ ਇੱਕ ਦਰਖਤ ਕੱਟਿਆ ਸੀ, ਜਿਸ ਤੇ ਡੈਣ ਅਤੇ ਉਸ ਦੇ ਬੱਚੇ ਰਹਿੰਦੇ ਸਨ। ਹੁਣ ਉਹ ਡੈਣ ਉਹਨਾਂ ਦਾ ਘਰ ਉਜਾੜਨ ਆਈ ਸੀ, ਪਰ ਬਾਬਾ ਜੀ ਦੇ ਕਹਿਣ ਤੇ ਉਹ ਮੰਨ ਗਈ। ਉਸਨੇ ਆਪਣੇ ਭੁੱਖੇ ਬੱਚਿਆਂ ਲਈ ਦੁੱਧ ਮੰਗਿਆ। ਮਾਮਾ ਜੀ ਦੌੜ ਕੇ ਦੁੱਧ ਲੈ ਕੇ ਆਇਆ ਅਤੇ ਜਿਵੇਂ ਹੀ ਮੈਂ ਮਾਮੀ ਜੀ ਨੂੰ ਦੁੱਧ ਦੇਣ ਦੀ ਕੋਸ਼ਿਸ਼ ਕੀਤੀ, ਤਾਂ ਮਾਮੀ ਜੀ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਮੇਰੇ ਬੱਚੇ ਮਿੱਠਾ ਦੁੱਧ ਪੀਣਗੇ। ਮਾਮਾ ਜੀ ਨੇ ਸਾਹਮਣੇ ਤੋਂ ਜਲੇਬੀ ਖਰੀਦ ਕੇ ਦੁੱਧ ਵਿੱਚ ਪਾ ਦਿੱਤੀ। ਇਸ ਤੋਂ ਬਾਅਦ ਡੈਣ ਨੇ ਜੰਗਲ ਵਿੱਚ ਇੱਕ ਦਰਖਤ ਲਗਾਉਣ ਲਈ ਕਿਹਾ ਅਤੇ 4 ਸਾਲ ਤੱਕ ਹਰ ਰੋਜ਼ ਉਸ ਹੇਠਾਂ ਦੁੱਧ ਰੱਖਣ ਲਈ ਕਿਹਾ। ਇਸ ਤੋਂ ਬਾਅਦ ਮਾਮੀ ਜੀ ਠੀਕ ਹੋਣ ਲੱਗੀ ਅਤੇ ਸਾਰੇ ਵਾਪਸ ਆ ਗਏ। ਮਾਮੀ ਜੀ ਬਿਲਕੁਲ ਠੀਕ ਸੀ, ਜਿਸ ਨਾਲ ਸਾਰੇ ਸੰਤੁਸ਼ਟ ਹੋ ਗਏ। ਜੇਕਰ ਤੁਹਾਨੂੰ ਕਦੇ ਕੋਈ ਦਰਖਤ ਕੱਟਣਾ ਪਵੇ ਤਾਂ ਕਿਰਪਾ ਕਰਕੇ ਇੱਕ ਛੋਟੀ ਜਿਹੀ ਅਰਦਾਸ ਕਰੋ ਅਤੇ ਫਿਰ ਕਿਸੇ ਚੰਗੀ ਜਗ੍ਹਾ ਤੇ ਨਵਾਂ ਰੁੱਖ ਲਗਾਓ। ਕੌਣ ਜਾਣਦਾ ਹੈ ਕਿ ਮੇਰੀ ਮਾਮੀ ਜੀ ਨਾਲ ਜੋ ਵੀ ਹੋਇਆ, ਜੇ ਤੁਹਾਡੇ ਨਾਲ ਵੀ ਹੋ ਜਾਵੇ। ਸਾਵਧਾਨ ਰਹੋ। ਜੇਕਰ ਤੁਸੀਂ ਸਾਡੀ ਨਵੀਂ ਡਰਾਉਣੀ ਕਹਾਣੀ ਸੁਣਨਾ ਚਾਹੁੰਦੇ ਹੋ ਤਾਂ ਸਾਹਮਣੇ ਨਜ਼ਰ ਆ ਰਹੀ ਵੀਡੀਓ ਤੇ ਕਲਿੱਕ ਕਰਨਾ ਨਾ ਭੁੱਲੋ। ਤਦ ਤੱਕ ਲਈ ਮੈਂ ਗੁਰਮੀਤ ਤੁਹਾਨੂੰ ਅਲਵਿਦਾ ਕਹਾਂਗਾ। ਜਲਦੀ ਮਿਲਦੇ ਹਾਂ। ਗੁੱਡ ਬਾਏ।